वाहेगुरु जी का खालसा वाहेगुरु जी की फतेह। मेरा नाम ओंकारदीप कौर है। पहले सवाल का जवाब है सिख धर्म के पहले कीर्तनी भाई मर्दाना जी सी ਅਤੇ ਉਹ ਰਵਾਬ ਵਜਾਉਂਦੇ ਸੀ। ਦੂਜੇ ਸਵਾਲ ਦਾ ਜਵਾਬ ਹੈ श्री गुरु ग्रंथ साहिब ਵਿੱਚ ਕਿੰਨੇ 31 ਰਾਗ ਹੈ ਅਤੇ ਕਿੰਨੀਆਂ ਬਾਣੀਆਂ ਰਾਗ ਰਹੀਤ ਹੈ। ਜਪਜੀ ਸਾਹਿਬ ਸਲੋਕ ਸੰਸਕ੍ਰਿਤੀ ਮਹਿਲਾ ਪਹਿਲਾ, ਸਲੋਕ ਸੰਸਕ੍ਰਿਤੀ ਮਹਿਲਾ ਪੰਜਵਾਂ, ਮਹਿਲਾ ਪੰਜਵਾਂ ਗਾਥਾ ਫੁੰਨੇ ਮਹਿਲਾ ਪੰਜਵਾਂ, चौबले महला पंचवा, सलोक भगत कबीर जी के, सलोक शेख फरीद जी के सवैये, श्री मुख भाग महला पंचवा, पट्टा दे सवैये, सलोक वारा ते वधीक, सलोक महला नौवा, मुंदावली महला पंचवा, रागमाला। वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। हाँ, दो कीर्तਨੀਆਂ ਦਾ ਨਾਮ ਦੱਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਨਾਮ ਹੈ ਭਾਈ ਮਰਦਾਨਾ ਜੀ ਤੋਂ ਬਾਅਦ। ਭਾਈ ਸੱਤਾ ਤੇ ਭਾਈ ਬਲਵੰਤ ਜੀ। ਹਾਂਜੀ, ਉਹਨਾਂ ਦੀ ਉਹ ਪੰਕਤੀ ਵੀ ਦੱਸੋ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਹੈ। ਬਲਵੰਤ ਖੀਵੀ ਨੇਕ ਚੰਨ। ਹਾਂਜੀ, ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਸ਼ਰਿਤ ਰਾਗ ਕਿੰਨੇ ਹਨ? 31। 31। ਤੇ ਮਿਸ਼ਰਿਤ ਰਾਗ ਕਿਸ ਨੂੰ ਕਹਿੰਦੇ ਹਨ? ਮੁੱਖ ਰਾਗਾਂ ਦੇ ਅਧੀਨ ਰਾਗ। ਹਾਂ, ਮੁੱਖ ਰਾਗਾਂ ਦੇ ਅਧੀਨ ਰਾਗ ਹੁੰਦੇ ਨੇ ਹਨ, ਉਹਨੂੰ ਮਿਸ਼ਰਿਤ ਰਾਗ ਕਹਿੰਦੇ ਹਨ। ਅੱਛਾ, ਗੌੜੀ ਦੇ ਸਾਨੂੰ ਪ੍ਰਕਾਰ ਦੱਸੋਗੇ? 5 ਪ੍ਰਕਾਰ। ਗੌੜੀ ਚੇਤੀ, ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਮਾਲਾ, ਗੌੜੀ ਸੋੜਤ। ਹਾਂਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਕੀਰਤਨ ਦੇ ਪ੍ਰਮੁੱਖ ਵਿਦਵਾਨਾਂ ਅਨੁਸਾਰ ਕੀਰਤਨ ਗਾਇਨ ਵਿਧੀ ਨੂੰ ਸ਼ਬਦ ਚੌਂਕੀ ਵੀ ਆਖਿਆ ਜਾਂਦਾ ਹੈ। ਜਿਵੇਂ ਚੌਂਕੀ ਦੇ 4 ਪਾਵੇ ਹੁੰਦੇ ਹਨ, ਉਸੇ ਤਰ੍ਹਾਂ ਸ਼ਬਦ ਚੌਂਕੀ ਵੀ 4 ਪਾਵਿਆਂ ਉੱਤੇ ਟਿਕੀ ਹੋਈ ਹੈ। ਇਹ 4 ਪਾਵੇ ਇਸ ਪ੍ਰਕਾਰ ਹਨ: ਸ਼ਾਨ ਵਜਾਉਣਾ, ਵਿਲੰਬ ਲੈ ਵਿੱਚ ਕੁਝ ਮਿੰਟ ਮੰਗਲਾਚਰਨ ਅਰਥਾਤ ਗੁਰੂ ਉਪਮਾ ਕਰਨੀ, ਸਮੇਂ ਮੁਤਾਬਕ ਰਾਗਾਂ ਦਾ ਗਾਇਨ, ਪੁਰਾਤਨ ਬੰਦਿਸ਼ਾਂ ਅਤੇ ਰੀਤਾਂ ਅਨੁਸਾਰ ਗਾਇਨ। ਮਹਾਨ ਕੋਸ਼ ਦੇ ਵਿਦਵਾਨ ਲੇਖਕ ਭਾਈ ਕਾਨ ਸਿੰਘ ਨਾਭਾ ਮੁਤਾਬਕ ਵੀ ਚੌਂਕੀ ਤੋਂ ਭਾਵ 4 ਪਾਵੇ ਜਾਂ ਕੀਰਤਨ ਦੇ 4 ਅੰਗ ਹੀ ਹਨ, ਜਿਹੜੇ ਕੀਰਤਨਕਾਰ ਨੇ ਕੀਰਤਨ ਗਾਇਨ ਵਿੱਚ ਪੂਰੇ ਕਰਨੇ ਹੁੰਦੇ ਹਨ। ਤਦੋਂ ਹੀ ਸੰਪੂਰਨ ਕੀਰਤਨ ਚੌਂਕੀ ਬਣਦੀ ਹੈ। ਪਰ ਗੁਰਮਤਿ ਸੰਗੀਤ ਦੇ ਕੁਝ ਵਿਦਵਾਨਾਂ ਦੀ ਰਾਏ ਹੈ ਕਿ ਗੁਰਮਤਿ ਸੰਗੀਤ ਵਿੱਚ 4 ਕੀਰਤਨੀਆਂ ਸਿੰਘਾਂ ਦੇ ਜਥੇ ਨੂੰ ਵੀ ਚੌਂਕੀ ਕਿਹਾ ਜਾਂਦਾ ਹੈ। ਅੱਜ ਦੇ ਸਮੇਂ ਅੰਦਰ ਸ੍ਰੀ ਦਰਬਾਰ ਸਾਹਿਬ ਅੰਦਰ 9 ਸ਼ਬਦ ਚੌਂਕੀਆਂ ਲੱਗਦੀਆਂ ਹਨ, ਜੋ ਇਸ ਪ੍ਰਕਾਰ ਹਨ। ਪਹਿਲੀ 3 ਪਹਿਰੇ ਦੀ ਚੌਂਕੀ। ਇਹ ਚੌਂਕੀ ਸ੍ਰੀ ਦਰਬਾਰ ਸਾਹਿਬ ਦੇ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਰਾਤ ਦੇ 3ਜੇ ਪਹਿਰ ਵਿੱਚ ਲਾਈ ਜਾਂਦੀ ਹੈ। ਦੂਸਰੀ ਆਸਾ ਦੀ ਵਾਰ ਦੀ ਚੌਂਕੀ। ਇਹ ਚੌਂਕੀ ਅੰਮ੍ਰਿਤ ਵੇਲੇ ਲਾਈ ਜਾਂਦੀ ਹੈ। ਤੀਸਰੀ ਬਿਲਾਵਲ ਦੀ ਚੌਂਕੀ। ਇਹ ਚੌਂਕੀ ਸਵਾ ਪਹਿਰ ਦਿਨ ਚੜੇ ਲਾਈ ਜਾਂਦੀ ਹੈ। ਚੌਥੀ ਆਨੰਦ ਦੀ ਚੌਂਕੀ। ਇਹ ਚੌਂਕੀ ਦਿਨ ਦੇ 2ਜੇ ਪਹਿਰ ਵਿੱਚ ਲਾਈ ਜਾਂਦੀ ਹੈ। ਪੰਜਵੀਂ ਚਰਨ ਕਮਲ ਦੀ ਚੌਂਕੀ। ਇਹ ਚੌਂਕੀ ਦਿਨ ਦੇ 3ਜੇ ਪਹਿਰ ਵਿੱਚ ਲਾਈ ਜਾਂਦੀ ਹੈ। ਛੇਵੀਂ ਸੋਦਰ ਦੀ ਚੌਂਕੀ। ਇਹ ਚੌਂਕੀ ਦਿਨ ਦੇ 4ਥੇ ਪਹਿਰ ਵੇਲੇ ਲਾਈ ਜਾਂਦੀ ਹੈ। ਸੱਤਵੀਂ ਆਰਤੀ ਦੀ ਚੌਂਕੀ। ਇਹ ਚੌਂਕੀ ਰਾਤ ਦੇ ਪਹਿਲੇ ਪਹਿਰ ਵਿੱਚ ਲਾਈ ਜਾਂਦੀ ਹੈ। 8ਵੀਂ ਕਲਿਆਣ ਦੀ ਚੌਂਕੀ। ਇਸ ਚੌਂਕੀ ਦਾ ਗਾਇਨ 4 ਘੜੀ ਰਾਤ ਗਏ ਕੀਤਾ ਜਾਂਦਾ ਹੈ। 9ਵੀਂ ਕਾਨੜੇ ਦੀ ਚੌਂਕੀ। ਇਸ ਚੌਂਕੀ ਦੀ ਮਰਿਆਦਾ ਸਵਾ ਪਹਿਰ ਰਾਤ ਗਏ ਗਾਇਨ ਕਰਨ ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੇ 4 ਪ੍ਰਸ਼ਨ 1 ਦਾ ਉੱਤਰ ਹੈ ਜੀ। ਤੰਤੀ ਸਾਜ਼ ਉਹ ਸਾਜ਼ ਹੁੰਦੇ ਹਨ ਜਿਨ੍ਹਾਂ ਵਿੱਚ ਤਾਰਾਂ ਲੱਗੀਆਂ ਹੁੰਦੀਆਂ ਨੇ, ਤਾਰਾਂ ਦੇ ਨਾਲ ਹੀ ਉਹਨਾਂ ਨੂੰ ਵਜਾਇਆ ਜਾਂਦਾ ਹੈ, ਤਾਰਾਂ ਨਾਲ ਹੀ ਵੋਇਸ ਪ੍ਰੋਡਿਊਸ ਹੁੰਦੀ ਹੈ, ਉਹਨਾਂ ਨੂੰ ਤੰਤੀ ਸਾਜ਼ ਕਿਹਾ ਜਾਂਦਾ ਹੈ। ਗੁਰਮਤਿ ਸੰਬੰਧੀ 5 ਤੰਤੀ ਸਾਜ਼ ਹਨ: ਸਰੰਗੀ, ਸਰੰਦਾ, ਦਿਲਰੁਬਾ, ਇਸਰਾਜ, ਰਬਾਬ ਅਤੇ ਤਾਊਸ, ਤਾਨਪੁਰਾ, ਹੋਰ ਵੀ ਬਹੁਤ ਸਾਰੇ ਸਾਜ਼ ਹਨ ਤੰਤੀ ਸਾਜ਼। ਡੇ 4 ਕੁਐਸਚਨ 2 ਦਾ ਆਨਸਰ ਹੈ ਆਰੋਹ ਅਤੇ ਅਵਰੋਹ ਕੀ ਹੁੰਦੇ ਹਨ? ਆਰੋਹ ਅਤੇ ਅਵਰੋਹ ਹੁੰਦਾ ਹੈ
ਜੋ ਕਿਸੇ ਵੀ ਰਾਗ ਨੂੰ ਸਟਾਰਟ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਪੀਸ ਗਾਇਆ ਜਾਵੇ ਉਹਨੂੰ ਆਰੋ ਅਤੇ ਅਵਰੋਹ ਕਹਿੰਦੇ ਨੇ। ਆਰੋ ਛੋਟੇ ਸੁਰਾਂ ਤੋਂ ਲੈ ਕੇ ਵੱਡੇ ਸੁਰਾਂ ਤੱਕ ਜਾਣਾ ਹੁੰਦਾ ਹੈ ਅਤੇ ਅਵਰੋਹ ਵਿੱਚ ਡਿਸੈਂਡਿੰਗ ਆਰਡਰ ਉੱਪਰ ਵਾਲੇ ਸੁਰਾਂ ਤੋਂ ਨੀਚੇ ਆਉਣਾ ਹੁੰਦਾ ਹੈ। ਅਤੇ ਗੌੜੀ ਰਾਗ ਦੀ ਆਰੋਹ ਅਤੇ ਅਵਰੋਹ ਹੈ ਸਾ ਰੇ ਗਾ ਰੇ ਮਾ ਪਾ ਨੀ ਸਾ। ਸਾ ਨੀ ਧਾ ਮਾ ਪਾ ਧਾ ਪਾ ਮਾ ਗਾ ਰੇ ਸਾ ਨੀ ਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਰਾਗ ਸਵਾਲ ਜਵਾਬ ਲੜੀ ਦੇ 5ਵੇਂ ਦਿਨ ਦੇ ਸਵਾਲਾਂ ਦੇ ਉੱਤਰ। ਪਹਿਲੇ ਸਵਾਲ ਦਾ ਜਵਾਬ ਹੈ ਜੀ ਕਿ ਕੀਰਤਨੀਆਂ ਲਈ ਸ਼ਬਦ ਗਾਇਨ ਕਰਦੇ ਸਮੇਂ ਰਹਾਉ ਦੀ ਪੰਕਤੀ ਦਾ ਇਹ ਮਹੱਤਵ ਹੈ ਕਿ ਉਹਨਾਂ ਨੇ ਰਹਾਉ ਦੀ ਪੰਕਤੀ ਨੂੰ ਅਸਥਾਈ ਦੇ ਰੂਪ ਵਿੱਚ ਗਾਉਣਾ ਹੈ। ਦੂਜੇ ਸਵਾਲ ਦਾ ਉੱਤਰ ਹੈ ਕਿ ਵਾਦੀ ਸੁਰ ਉਹ ਹੁੰਦੇ ਹਨ ਜੋ ਰਾਗ ਵਿੱਚ ਸਭ ਤੋਂ ਜ਼ਿਆਦਾ ਵਰਤੇ ਜਾਂਦੇ ਹਨ ਅਤੇ ਸੰਵਾਦੀ ਸੁਰ ਉਹ ਹੁੰਦੇ ਹਨ ਜੋ ਉਸ ਤੋਂ ਥੋੜਾ ਘੱਟ ਵਰਤੇ ਜਾਣ, ਭਾਵ ਕਿ ਜੋ ਰਾਗ ਦੀ ਸ਼ੇਪ ਬਣਾਉਣ ਵਿੱਚ ਵਾਦੀ ਸੁਰ ਦੀ ਸਹਾਇਤਾ ਕਰਨ, ਅਤੇ ਵਰਜਿਤ ਸੁਰ ਉਹ ਹਨ ਕਿ ਜੋ ਰਾਗ ਵਿੱਚ ਨਹੀਂ ਵਰਤੇ ਜਾਂਦੇ। ਆਸਾ ਰਾਗ ਦਾ ਵਾਦੀ ਸੁਰ ਮਾ ਹੈ ਤੇ ਸੰਵਾਦੀ ਸੁਰ ਸਾ ਹੈ ਤੇ ਉਸ ਵਿੱਚ ਵਰਜਿਤ ਸੁਰ ਨੇ ਆਰੋਹ ਵਿੱਚ ਗਾ ਤੇ ਨੀ ਵਰਜਿਤ ਹਨ ਤੇ ਬਾਕੀ ਸਾਰੇ ਸ਼ੁੱਧ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੇ 6 ਦੇ ਸਵਾਲਾਂ ਦੇ ਜਵਾਬ। ਪਹਿਲੇ ਸਵਾਲ ਦਾ ਜਵਾਬ ਪੜਤਾਲ ਦਾ ਸੰਬੰਧ ਗਾਇਨ ਵੱਲੋਂ ਹੈ। ਪੜਤਾਲ ਤੋਂ ਭਾਵ ਹੈ ਚਾਰ ਤਾਲ ਦਾ ਭੇਦ। ਕੀਰਤਨ ਵਿੱਚ ਤਾਲ ਨੂੰ ਵਾਰ-ਵਾਰ ਵਰਤਾਏ ਜਾਣ ਨੂੰ ਪੜਤਾਲ ਕਿਹਾ ਜਾਂਦਾ ਹੈ। ਸ਼ਬਦ ਆਸਾ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ। ਵਿਕਾਰ ਮਾਇਆ ਮਾਂ ਦਸੋਇਓ ਸੂਝ ਬੂਝ ਨਾ ਆਵੇ। ਦੂਸਰੇ ਸਵਾਲ ਦਾ ਜਵਾਬ ਇਸ ਥਾਟ ਵਿੱਚ ਵੱਧ ਤੋਂ ਵੱਧ ਰਾਗਾਂ ਨੂੰ ਇਕੱਠਾ ਕੀਤਾ ਜਾਂਦਾ ਹੈ। ਇਸ ਵਿੱਚ 10 ਥਾਟ ਹੁੰਦੇ ਹਨ। ਬਿਲਾਵਲ, ਕਲਿਆਣ, ਖਮਾਜ, ਭੈਰਵ, ਪੂਰਬੀ, ਮਾਰਵਾ, ਕਾਫੀ, ਅਸਾਵਰੀ, ਭੈਰਵੀ। ਥਾਟ ਬਿਲਾਵਲ ਇਹ ਸਾਰੇ 10 ਰਾਗਾਂ ਵਿੱਚੋਂ ਸਭ ਤੋਂ ਬੁਨਿਆਦੀ ਹੈ ਅਤੇ ਇਹ ਸਵੇਰ ਨਾਲ ਸੰਬੰਧਿਤ ਹੈ। ਇਸ ਵਿੱਚ ਬਿਲਾਵਲ ਦੀਆਂ ਭਿੰਨਤਾਵਾਂ ਆਦਿ ਰਾਗ ਹੁੰਦੇ ਹਨ। ਥਾਟ ਆਸਾਵਰੀ ਥਾਟ ਕੋਮਲ ਧਾਵਤ ਅਤੇ ਕਾਫੀ ਥਾਟ ਦਾ ਮਿਸ਼ਰਣ ਹੈ। ਇਹ ਤਿਆਗ ਅਤੇ ਤਿਆਗ ਦੇ ਨਾਲ ਨਾਲ ਦੁੱਖ ਦਾ ਸੁਭਾਅ ਹੈ। ਇਹ ਸਵੇਰ ਲਈ ਹੁੰਦਾ ਹੈ। ਆਸਾਵਰੀ ਇਸ ਦਾ ਰਾਗ ਹੈ। ਥਾਟ ਟੋਡੀ ਇਸ ਨੂੰ ਸਾਰੇ ਥਾਟਾਂ ਦਾ ਰਾਜਾ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ੁੱਧ ਅਤੇ ਗਰਮ ਦ੍ਰਿਸ਼ਟੀਕੋਣ ਨਾਲ ਪੂਜਾ ਪ੍ਰਸੰਨ ਹੋਣ ਦਾ ਪ੍ਰਤੀਕ ਹੈ ਅਤੇ ਦੇਰ ਸਵੇਰ ਨੂੰ ਗਾਇਆ ਜਾਂਦਾ ਹੈ। ਮੀਆਂ ਕੀ ਟੋਡੀ, ਗੁਜਰੀ ਟੋਡੀ, ਮਧੂਬੰਤੀ, ਮੁਲਤਾਨੀ ਆਦਿ ਹਿੰਦੁਸਤਾਨੀ ਰਾਗ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸਵਾਲ ਵਾਰ ਤੋਂ ਕੀ ਭਾਵ ਹੈ? ਵਾਰ ਦੀ ਬਣਤਰ ਬਾਰੇ ਦੱਸੋ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੀ ਵਾਰਾਂ ਦਰਜ ਹਨ? ਜਵਾਬ Var means a long poem in which the praises of a hero are sung. The religious varas included in Guru Granth Sahib contain a slok, a small verse complete in itself, which is mostly subjective before each pauri in order to clarify the idea contained in the pauri. The pauris of a var are by the same writer, but it is not necessary for the slok. If the name or number of the composer is not given before the sloks, then the composer is the same as that of the var. Otherwise, the name or number
of the composer is given. There are 22 vars in Guru Granth Sahib, which are as follows. Guru Nanak 3 vars, Guru Amardas 4 vars, Guru Ramdas 8 vars, Guru Arjan 6 vars, Satta and Balwand 1 var. This var has no sloks in it. ਦੂਜਾ ਸਵਾਲ, ਰਾਗ ਵਿੱਚ ਜਾਤੀ ਕੀ ਹੁੰਦੀ ਹੈ? ਰਾਗਾਂ ਨਾਲ ਸੰਬੰਧਿਤ ਸਾਰੀਆਂ ਜਾਤੀਆਂ ਦੇ ਨਾਮ ਦੱਸੋ। ਜਵਾਬ, ਰਾਗ ਦੀ ਜਾਤੀ ਉਸਦੇ ਆਰੋਹ ਅਤੇ ਅਵਰੋਹ ਵਿੱਚ ਪ੍ਰਯੋਗ ਕੀਤੇ ਜਾਣੇ ਵਾਲੇ ਸੁਰ ਦੀ ਗਿਣਤੀ ਸੰਗਿਆ ਨਾਲ ਹੁੰਦੀ ਹੈ। ਰਾਗਾਂ ਨਾਲ ਸੰਬੰਧਿਤ ਸਾਰੀਆਂ ਜਾਤੀਆਂ ਦੇ ਨਾਮ ਇਸ ਪ੍ਰਕਾਰ ਹਨ। ਓੜਫ ਓੜਫ ਆਰੋਹ ਵਿੱਚ 5 ਸੁਰ ਅਤੇ ਅਵਰੋਹ ਵਿੱਚ 5 ਸੁਰ। ਓੜਫ ਛੜਫ ਆਰੋਹ ਵਿੱਚ 5 ਸੁਰ ਅਤੇ ਅਵਰੋਹ ਵਿੱਚ 6 ਸੁਰ। ਓੜਫ ਸੰਪੂਰਨ ਆਰੋਹ ਵਿੱਚ 5 ਸੁਰ ਅਤੇ ਅਵਰੋਹ ਵਿੱਚ 7 ਸੁਰ। ਛੜਫ ਓੜਫ ਆਰੋਹ ਵਿੱਚ 6 ਸੁਰ ਅਤੇ ਅਵਰੋਹ ਵਿੱਚ 5 ਸੁਰ। ਛੜਫ ਛੜਫ ਆਰੋਹ ਵਿੱਚ 6 ਸੁਰ ਅਤੇ ਅਵਰੋਹ ਵਿੱਚ 6 ਸੁਰ। ਛੜਫ ਸੰਪੂਰਨ ਆਰੋਹ ਵਿੱਚ 6 ਸੁਰ ਅਤੇ ਅਵਰੋਹ ਵਿੱਚ 7 ਸੁਰ। ਸੰਪੂਰਨ ਓੜਫ ਆਰੋਹ ਵਿੱਚ 7 ਸੁਰ ਅਤੇ ਅਵਰੋਹ ਵਿੱਚ 5 ਸੁਰ। ਸੰਪੂਰਨ ਛੜਫ ਆਰੋਹ ਵਿੱਚ 7 ਸੁਰ ਅਤੇ ਅਵਰੋਹ ਵਿੱਚ 6 ਸੁਰ। ਸੰਪੂਰਨ ਆਰੋਹ ਵਿੱਚ 7 ਸੁਰ ਅਤੇ ਅਵਰੋਹ ਵਿੱਚ 7 ਸੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਡੇ 8 ਦੇ ਜਿਹੜੇ ਕੁਐਸਚਨ ਆਨਸਰ ਸੀ, ਜਿਹੜਾ ਪਹਿਲਾ ਪ੍ਰਸ਼ਨ ਸੀ ਮੌਸਮੀ ਰਾਗ ਕੀ ਹੁੰਦੇ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਹੜੇ ਮੌਸਮੀ ਰਾਗ ਆਉਂਦੇ ਹਨ ਅਤੇ ਉਹ ਕਦੋਂ ਗਾਇਨ ਕੀਤੇ ਜਾਂਦੇ ਹਨ। ਇਸ ਦਾ ਆਨਸਰ ਇਹ ਹੈ। ਮੌਸਮੀ ਰਾਗ ਉਹ ਹੁੰਦੇ ਹਨ ਜੋ ਮੌਸਮ ਦੇ ਅਨੁਕੂਲ ਹੁੰਦੇ ਹਨ। ਹਰ ਇੱਕ ਰਾਗ ਦਾ ਆਪਣਾ ਇੱਕ ਟਾਈਮ ਹੈ। ਜਿਵੇਂ ਕਿ ਬਸੰਤ ਰਾਗ ਬਸੰਤ ਰੁੱਤ ਵਿੱਚ ਹਰ ਸਮੇਂ ਗਾ ਸਕਦੇ ਹਾਂ। ਮਲਾਰ ਰਾਗ ਬਰਸਾਤ ਰੁੱਤ ਵਿੱਚ ਹਰ ਸਮੇਂ ਗਾ ਸਕਦੇ ਹਾਂ, ਪਰ ਹੈ ਮੌਸਮ ਤੋਂ ਬਿਨਾਂ। ਇਹਨਾਂ ਰਾਗਾਂ ਦਾ ਅਲੱਗ-ਅਲੱਗ ਟਾਈਮ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਸਮੀ ਰਾਗ ਮਲਾਰ ਅਤੇ ਰਾਗ ਬਸੰਤ ਹਨ। ਜਿਹੜਾ ਦੂਜਾ ਸਵਾਲ ਸੀ, ਰਾਗ ਭੈਰਵ ਦੇ ਵਾਦੀ, ਸੰਵਾਦੀ ਅਤੇ ਵਰਜੀ ਸੁਰਾਂ ਬਾਰੇ ਜਾਣਕਾਰੀ ਦਿਓ ਅਤੇ ਆਰੋਹ ਅਵਰੋਹ ਦੀ ਵੀ ਜਾਣਕਾਰੀ ਵੀ ਦਿਓ। ਇਸ ਦੀ ਜਾਤੀ ਅਤੇ ਥਾਟ ਵੀ ਦੱਸੋ ਜੀ। ਇਸ ਦਾ ਆਨਸਰ ਇਹ ਹੈ। ਰਾਗ ਭੈਰਵ ਦੇ ਵਾਦੀ ਸੁਰ ਧਾ ਕੋਮਲ, ਰਾਗ ਭੈਰਵ ਦੇ ਸੰਵਾਦੀ ਰੇ ਕੋਮਲ। ਇਸ ਦੇ ਆਰੋਹ ਅਤੇ ਅਵਰੋਹ ਵਿੱਚ ਵਰਜੀ ਸੁਰ ਨਹੀਂ ਲੱਗਦੇ। ਆਰੋਹ ਸਾ ਰਾ ਗਾ ਮਾ ਪਾ ਧਾ ਨਾ ਸਾ, ਅਵਰੋਹ ਸਾ ਨਾ ਧਾ ਪਾ ਮਾ ਗਾ ਰੇ ਸਾ। ਰਾਗ ਭੈਰਵ ਜਾਤੀ ਸੰਪੂਰਨ ਥਾਟ ਭੈਰਵ ਗਾਇਨ ਦਾ ਪਹਿਲਾ ਪੈਰ 6 ਤੋਂ 9 ਅਤੇ ਇਸ ਦੇ ਵਰਜੀ ਸੁਰ ਨਹੀਂ ਲੱਗਦੇ। ਭੈਰਵ ਰਾਗ ਵਿੱਚ ਸਾਰੇ ਸ਼ੁੱਧ ਸੁਰ ਲੱਗਦੇ ਹਨ, ਯਾਨੀ ਜਾਂਦੀ ਵਾਰ ਵੀ 7 ਸਵਰ ਲੱਗਦੇ ਹਨ ਅਤੇ ਆਉਂਦੀ ਵਾਰ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 12 ਮਾਹ ਮਹੱਲਾ ਪੰਜਵਾਂ ਘਰ ਚੌਥੇ ਵਿੱਚ ਹੈ ਅਤੇ ਇੱਕ 12 ਮਾਹ ਮਹੱਲੇ ਪਹਿਲੇ ਦੀ ਹੈ। ਇੱਕ 12 ਮਾਹ ਮਾਲਵੇ ਰਾਗ ਵਿੱਚ ਹੈ, ਇੱਕ 12 ਮਾਹ ਇੱਕ ਤੁਖਾਰੀ ਰਾਗ ਵਿੱਚ ਹੈ। ਇਹ ਬਾਣੀ ਸੰਗਰਾਂਦ ਦੇ ਮੌਕੇ 'ਤੇ ਪੜ੍ਹੀ ਜਾਂਦੀ ਹੈ। ਰਾਗ ਸਰਨ ਦੇ ਵਾਦੀ ਸੁਰ ਰੇ, ਸੰਵਾਦੀ ਪਾ, ਵਰਜੀ ਸੁਰ ਗਾ ਦਾ, ਅਰੋ ਸਾ ਰੇ ਮਾ ਪਾ ਨੀ ਸਾ, ਅਵਰੋ ਸਾ ਨੀ ਕੋਮਲ ਪਾ ਮਾ ਰੇ ਨੀ ਸਾ। ਜਾਤੀ ਔਰਵ ਔਰਵ, ਠਾਠ ਕਾਫੀ। ਭਗਤ ਕਬੀਰ ਜੀ। ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹਾਉ ਚੇਰੀ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਪ੍ਰਸ਼ਨ ਦਾ ਉੱਤਰ ਹੈ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 52 ਅੱਖਰੀ ਬਾਣੀ 2 ਵਾਰੀ ਦਰਜ ਹੈ ਤੇ ਦੋਨੋਂ ਵਾਰੀ ਰਾਗ ਗੌੜੀ ਵਿੱਚ ਆਉਂਦੀ ਹੈ ਤੇ ਇੱਕ ਵਾਰੀ ਗੌੜੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੀ ਹੈ ਤੇ ਇਸੇ ਰਾਗ ਵਿੱਚ ਗੌੜੀ ਕਬੀਰ ਜੀ ਨੇ ਉਚਾਰਨ ਕੀਤੀ ਹੈ। पंक्ति यान त्यान ताहू को आए कर कृपा जय आप दिवाए। अंग 254। यतन करो तुम अनिक बिद रहन न पावो मीत जीवत रहो हर हर भजो नानक नाम प्रीत। आंसर सेकंड। राग सोरठ। ठाट खमाज अरो सारे मा पा नी सा अवरो सारे नी धा मा पा धा मा गा रे नी सा। वादी रे संवादी धा। वर्जित अरो विच गे एंड धा। जाति औड़व संपूर्ण। ए राग सौराष्ट्र गुजरात शहर नाल संबंधित है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਰਾਗ 11ਵੇਂ ਦਿਨ ਦੇ ਸਵਾਲ ਜਵਾਬ ਦਾ ਪਹਿਲਾ ਸਵਾਲ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਵਾਈ ਕਿਸ ਪਾਸੋਂ ਅਤੇ ਕਿੱਥੇ ਕਰਵਾਈ? ਇਸ ਦੀ ਸੰਪੂਰਨਤਾ ਕਿਹੜੇ ਸਨ ਵਿੱਚ ਹੋਈ? ਇਸ ਗ੍ਰੰਥ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਸੀ ਅਤੇ ਕਿੰਨੇ ਰਾਗਾਂ ਵਿੱਚ ਦਰਜ ਸੀ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਅਤੇ ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਲਿਖਵਾਈ, ਜਿੱਥੇ ਹੁਣ ਰਾਮਸਰ ਗੁਰਦੁਆਰਾ ਵੀ ਹੈ। ਇਸ ਦੀ ਸੰਪੂਰਨਤਾ 1604 ਈਸਵੀ ਨੂੰ ਹੋਈ। ਇਸ ਵਿੱਚ 5 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਸੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ। ਅਤੇ ਇਸ ਦੇ ਵਿੱਚ ਬਾਣੀ 30 ਰਾਗਾਂ ਵਿੱਚ ਦਰਜ ਸੀ। ਦੂਜਾ ਸਵਾਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਜੈ ਜੈਵੰਤੀ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ? ਰਾਗ ਜੈ ਜੈਵੰਤੀ ਦੇ ਵਾਦੀ, ਸੰਵਾਦੀ ਅਤੇ ਵਰਜਿਤ ਸਵਰਾਂ ਬਾਰੇ ਜਾਣਕਾਰੀ ਦਿਓ। ਇਸ ਦੇ ਆਰੋਹ ਅਵਰੋਹ, ਜਾਤੀ ਅਤੇ ਥਾਟ ਵੀ ਦੱਸੋ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਜੈ ਜੈਵੰਤੀ ਵਿੱਚ ਕੇਵਲ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ। ਰਾਗ ਜੈ ਜੈਵੰਤੀ, ਥਾਟ ਖਮਾਜ, ਵਾਦੀ ਰੇ, ਸੰਵਾਦੀ ਪਾ, ਸਵਰ ਦੋਨੋਂ ਘਾ, ਸ਼ੁੱਧਗਾ ਅਤੇ ਕੋਮਲਗਾ ਤੇ ਦੋਨੋਂ ਨੀ, ਸ਼ੁੱਧਨੀ ਤੇ ਕੋਮਲ ਨੀ। ਵਰਜਿਤ ਆਰੋਹ ਵਿੱਚ ਧਾ, ਪਰ ਕਈ ਵਿਦਵਾਨ ਇਸ ਵਿੱਚ ਕੋਈ ਸਵਰ ਵਰਜਿਤ ਨਹੀਂ ਕਰਦੇ। ਜਾਤੀ ਛਾੜਵ ਸੰਪੂਰਨ, ਪਰ ਕਈ ਵਿਦਵਾਨ ਇਸ ਦੀ ਜਾਤੀ ਸੰਪੂਰਨ ਵੀ ਮੰਨਦੇ ਹਨ। ਸਮਾਂ ਰਾਤ ਦਾ ਦੂਜਾ ਪਹਿਰ। ਆਰੋਹ ਸਾ ਰੇ ਗਾ ਮਾ ਪਾ ਨੀ ਸਾ। ਅਵਰੋਹ ਸਾ ਕੋਮਲਨੀ ਧਾ ਪਾ ਧਾ ਮਾ ਰੇ ਕੋਮਲਗਾ ਰੇ ਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਮਰਦਾਨਾ ਜੀ ਜਿਹੜੀ ਰਬਾਬ ਵਜਾਇਆ ਕਰਦੇ ਸਨ, ਉਹਨਾਂ ਨੇ ਉਹ ਰਬਾਬ ਭਾਈ ਫਰੰਦਾ ਜੀ ਪਾਸੋਂ ਪ੍ਰਾਪਤ ਕੀਤੀ ਸੀ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਬੇਬੇ ਨਾਨਕੀ ਜੀ ਕੋਲੋਂ 7 ਰੁਪਏ ਲੈ ਕੇ ਜਾਓ। ਭਾਈ ਮਰਦਾਨਾ ਜੀ ਜੰਗਲ ਪਾਰ ਕਰਕੇ 2 ਨਹਿਰਾਂ ਨੂੰ ਪਾਰ ਕਰਕੇ ਇੱਕ ਪਿੰਡ ਰਾਹਕ ਜਾਂਦੇ ਹਨ। 3 ਦਿਨ ਲੱਗ ਗਏ ਪਿੰਡ ਪਹੁੰਚਣ ਨੂੰ। ਜਦੋਂ 3 ਦਿਨਾਂ ਬਾਅਦ ਪਿੰਡ ਪਹੁੰਚ ਕੇ ਲੋਕਾਂ ਨੂੰ ਪੁੱਛਦੇ ਰਹੇ ਕਿ ਭਾਈ ਫਰੰਦਾ ਜੀ ਦਾ ਘਰ ਕਿੱਥੇ ਹੈ ਅਤੇ ਮੈਨੂੰ ਰਬਾਬ ਚਾਹੀਦੀ ਹੈ, ਪਰ ਸਾਰੇ ਪਿੰਡ ਵਾਸੀਆਂ ਨੇ ਇਹੀ ਕਿਹਾ ਕਿ ਇਸ ਪਿੰਡ ਵਿੱਚ ਫਰੰਦਾ ਨਾਮ ਦਾ ਕੋਈ ਵਿਅਕਤੀ ਨਹੀਂ ਰਹਿੰਦਾ। ਭਾਈ ਮਰਦਾਨਾ ਜੀ ਨੂੰ ਹੁਣ 5 ਦਿਨ ਹੋ ਗਏ ਸੀ ਇੱਥੇ ਆਏ। ਥੱਕ ਹਾਰ ਕੇ ਭਾਈ ਮਰਦਾਨਾ ਜੀ ਇੱਕ ਦਰਖਤ ਥੱਲੇ ਬੈਠ ਗਏ ਅਤੇ ਵਾਪਸ ਜਾਣ ਦਾ ਮਨ ਬਣਾ ਲਿਆ। ਇੰਨੇ ਵਿੱਚ ਕੋਈ ਨੇਕ ਪੁਰਸ਼ ਉਹਨਾਂ ਕੋਲ ਆ ਕੇ ਪਰੇਸ਼ਾਨੀ ਦਾ ਕਾਰਨ ਪੁੱਛਣ ਲੱਗੇ ਤਾਂ ਭਾਈ ਮਰਦਾਨਾ ਜੀ ਨੇ ਕਿਹਾ, ਮੈਂ ਗੁਰੂ ਨਾਨਕ ਪਾਤਸ਼ਾਹ ਦਾ ਡੂਮ ਹਾਂ ਅਤੇ ਮੈਨੂੰ ਗੁਰੂ ਸਾਹਿਬ ਨੇ ਭਾਈ ਫਰੰਦਾ ਜੀ ਪਾਸੋਂ ਰਬਾਬ ਲੈ ਕੇ ਆਉਣ ਲਈ ਕਿਹਾ ਹੈ। ਤਾਂ ਉਸ ਨੇਕ ਪੁਰਸ਼ ਨੇ ਖੁਸ਼ ਹੁੰਦੇ ਹੋਏ ਕਿਹਾ, ਮੈਂ ਹੀ ਫਰੰਦਾ ਹਾਂ, ਅਤੇ ਅਚਾਨਕ ਰਬਾਬ ਪ੍ਰਗਟ ਕਰਕੇ ਭਾਈ ਮਰਦਾਨੇ ਨੂੰ ਫੜਾ ਦਿੱਤੀ। ਜਦੋਂ ਭਾਈ ਮਰਦਾਨਾ ਜੀ ਨੇ ਕੀਮਤ ਪੁੱਛੀ ਤਾਂ ਉਹਨਾਂ ਨੇ ਕਿਹਾ ਕਿ ਇਸ ਦੀ ਕੀਮਤ ਤਾਂ ਕੋਈ ਨਹੀਂ, ਪਰ ਇਹ ਰਬਾਬ ਤੁਸੀਂ ਸਿਰਫ ਗੁਰੂ ਨਾਨਕ ਸਾਹਿਬ ਅੱਗੇ ਵਜਾਉਣੀ ਹੈ। ਆਸਾ ਰਾਗ ਦਾ ਵਾਦੀ ਸੁਰ ਮਾ, ਸਮਵਾਦੀ ਸੁਰ ਸਾ, ਵਰਜਿਤ ਸੁਰ ਆਰੋਹ ਵਿੱਚ ਗਾ ਅਤੇ ਨਹੀਂ, ਆਰੋਹ ਵਿੱਚ ਸਾ ਰੇ ਮਾ ਪਾ ਧਾ ਸਾ, ਅਵਰੋਹ ਵਿੱਚ ਸਾ ਨੀ ਧਾ ਪਾ ਮਾ ਗਾ ਰੇ ਸਾ। ਜਾਤੀ
ਆਡਵ ਸੰਪੂਰਨ ਠਾਠ ਬਿਲਾਵਲ। ਦੂਜਾ ਜਵਾਬ ਸ਼੍ਰੀ ਦਰਬਾਰ ਸਾਹਿਬ ਵਿੱਚ ਪੁਰਾਤਨ ਸਮੇਂ ਤੋਂ ਚੱਲਦੇ ਆ ਰਹੇ ਸਿਮਰਨ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੀ ਬੰਦਿਸ਼ ਰਾਗ ਆਸਾ ਵਿੱਚ ਪੜ੍ਹੀ ਜਾਂਦੀ ਹੈ ਅਤੇ 13 ਮਾਤਰਾ ਦੀ ਤਾਲ ਵਿੱਚ ਗਾਇਨ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਰਾਗ ਸਵਾਲ ਜਵਾਬ ਦਾ ਪਹਿਲਾ ਉੱਤਰ ਹੈ ਮਨ ਤੇ ਕੱਬੋਂ ਨਾ ਬਿਸਰ ਗੋਪਾਲ। ਅੱਖਰ ਗਾ ਨਾਲ ਦੋ ਲਗਾਂ ਵਰਤੀਆਂ ਗਈਆਂ ਹਨ। ਅਸਲੀ ਲਫ਼ਜ਼ ਗੋਪਾਲ ਹੈ ਪਰ ਛੰਦ ਦੀ ਚਾਲ ਦਾ ਹੀ ਪੂਰੀ ਰਹਿ ਸਕਦੀ ਹੈ। ਜੇ ਗੁਰੂ ਮਾਤਰਾ ਹੋੜਾ ਦੇ ਥਾਂ ਲਘੂ ਮਾਤਰਾ ਔਂਕੜ ਵਰਤੀ ਜਾਏ ਸੋ ਪੰਕਤੀ ਵਿੱਚ ਲਫ਼ਜ਼ ਗੋਪਾਲ ਪੜ੍ਹਨਾ ਹੈ। ਹੋੜਾ ਸ਼ਬਦ ਦਾ ਮੂਲ ਚਿੰਨ੍ਹ ਹੈ ਇਸ ਲਈ ਇਸ ਦਾ ਉਚਾਰਨ ਔਂਕੜ ਹੋਵੇਗਾ। ਉੱਤਰ 2 ਇੱਕ ਤਾਲ ਵਿੱਚ 12 ਮਾਤਰਾਵਾਂ ਹੁੰਦੀਆਂ ਹਨ ਅਤੇ ਇਸ ਦੇ ਬੋਲ ਇਸ ਪ੍ਰਕਾਰ ਹਨ। ਦਿਨ ਦਿਨ ਦਾਗ ਤ੍ਰਿਕਟ ਤੂੰ ਨਾ ਕੱਤਾ ਦਾਗ ਤ੍ਰਿਕਟ ਤਿੰਨਾ ਅਤੇ ਤਿੰਨ ਤਾਲ ਵਿੱਚ 16 ਮਾਤਰਾਵਾਂ ਹੁੰਦੀਆਂ ਹਨ। ਇਸ ਦੇ ਬੋਲ ਇਸ ਪ੍ਰਕਾਰ ਹਨ ਧਾ ਧਿਨ ਧਿਨ ਧਾ ਧਾ ਧਿਨ ਧਿਨ ਦਾ ਧਾ ਤਿੰਨ ਤਿੰਨ ਤਾ ਤਿੱਟਾ ਧਿਨ ਧਿਨ ਦਾ ਅਤੇ 11ਵਾਂ ਤਾਲ ਵਿੱਚ 8 ਮਾਤਰਾਵਾਂ ਹੁੰਦੀਆਂ ਹਨ ਧਾਗੇ ਨਾਟੀ ਨਾਕਾ ਧਿਨਾ ਧਾਗੇ ਨਾਟੀ ਨਾਕਾ ਧਿਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 14ਵੇਂ ਦਿਨ ਦੇ ਪਹਿਲੇ ਪ੍ਰਸ਼ਨ ਦਾ ਉੱਤਰ ਹੈ ਘਰ ਦਾ ਅਰਥ ਤਾਲਾਂ ਦੇ ਵਿਭਾਗ ਨਾਲ ਹੈ। ਘਰ ਵਾਲੇ ਸੂਚਕ ਅੰਕ ਦਾ ਅਰਥ ਹੈ ਸ਼ਬਦ ਨੂੰ ਉਸ ਤਾਲ ਵਿੱਚ ਗਾਉਣਾ ਜਿਸ ਵਿੱਚ ਸੂਚਕ ਅੰਕ ਜਿਹੜੀਆਂ ਤਾਲੀਆਂ ਹਨ। ਜੇ ਘਰ ਇੱਕ ਤਾਲ ਵਿੱਚ ਹੈ ਤੇ ਇੱਕ ਤਾਲੀ ਵਾਲਾ ਸ਼ਬਦ ਸੁਣਿਆ ਜਾਂਦਾ ਹੈ। ਜੇ ਕਿ ਘਰ 12 ਤਾਲੀਆਂ ਵਾਲਾ ਹੈ ਤਾਂ ਸ਼ਬਦ ਦਾ ਗਾਇਨ 12 ਤਾਲੀਆਂ ਵਾਲੇ ਤਾਲ ਵਿੱਚ ਕਰਨਾ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 17 ਘਰਾਂ ਦਾ ਜ਼ਿਕਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਸ਼ਨ ਦੂਜੇ ਦੇ ਉੱਤਰ ਦੇ ਰਹੀ ਹਾਂ ਜੀ। ਰੂਪਕ ਤਾਲ ਵਿੱਚ ਕੁੱਲ 7 ਮਾਤਰਾਵਾਂ ਹੁੰਦੀਆਂ ਹਨ ਜੀ। ਤੀ ਤੀਨਾ ਧੀਨਾ ਧੀਨਾ। ਦਾਦਰਾ ਤਾਲ ਵਿੱਚ ਕੁੱਲ 6 ਮਾਤਰਾਵਾਂ ਹੁੰਦੀਆਂ ਹਨ ਧਾ ਧਿੰਨਾ ਧਾ ਤਿੰਨਾ। ਝਾਪ ਤਾਲ ਵਿੱਚ ਕੁੱਲ 10 ਮਾਤਰਾਵਾਂ ਹੁੰਦੀਆਂ ਹਨ ਧੀਨਾ ਧੀ ਧੀਨਾ ਤੀਨਾ ਧੀ ਧੀਨਾ। ਦੀਪ ਚੰਦੀ ਤਾਲ ਵਿੱਚ ਕੁੱਲ 14 ਮਾਤਰਾਵਾਂ ਹੁੰਦੀਆਂ ਹਨ ਜਿਹਦੇ ਵਿੱਚੋਂ 3 ਤਾਲੀ 'ਤੇ ਹੁੰਦੀਆਂ ਹਨ ਅਤੇ ਇੱਕ ਖਾਲੀ ਹੁੰਦੀ ਹੈ ਜੀ। ਧਾ ਧਿਨ ਧਾ ਧਾ ਧਿਨ ਤਾ ਤਿੰਨ ਧਾ ਧਾ ਧਿਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸਵਾਲ ਹੇਠ ਲਿਖੀ ਗੁਰਬਾਣੀ ਦੀ ਪੰਕਤੀਆਂ ਦਾ ਸ਼ੁੱਧ ਉਚਾਰਨ ਦੱਸੋ ਜੀ। ਹਮ ਤਿਸਕਾ ਬਹੁ ਜਾਣਿਆ ਭਇਓ ਜਬ ਹੂਏ ਕਿਰਪਾਲ ਮਿਲੇ ਗੁਰਦੇਓ। ਅਨੰਦ ਪਿਆ ਵਡਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜਿਉ। ਟੂਟੀ ਗਾਰਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। 84 ਲੱਖ ਜੋਨ ਉਪਾਈ ਰਿਜਕ ਦਿਆ ਸਭ ਹੂੰ ਕੋ ਤਦ ਕਾ ਸੇਵਕ ਕੈ ਭਰਪੂਰ ਜੁਗ ਵਾਹ ਗੁਰੂ ਤੇਰਾ ਸਭ ਸਦਕਾ। शरण संतं किरबिख नासं प्राप्तं धर्म लक्षण नानक जे सुप्रसन्न माधु है। ਡੇ 15 ਦੇ ਕੁਐਸਚਨ ਨੰਬਰ 2 ਦੇ ਜਵਾਬ ਕੁਝ ਇਸ ਪ੍ਰਕਾਰ ਹਨ। ਜਿਹੜਾ ਸ਼ਬਦ ਨਟ ਨਾਰਾਇਣ ਮਹਿਲਾ ਚੌਥਾ ਪੜਤਾਲ ਹੈਗਾ ਹੈ ਉਸ ਦੇ ਬੋਲ ਜਿਹੜੀ ਤਾਲਾਂ ਉਸ ਦੇ ਵਿੱਚ ਵੱਜੀਆਂ ਹਨ ਉਹ ਹਨ ਪਹਿਲੇ 3 ਤਾਲ ਉਸ ਤੋਂ ਬਾਅਦ 4 ਤਾਲ ਉਸ ਤੋਂ ਬਾਅਦ 1 ਤਾਲ ਦੀ ਦੁਗਨ ਉਸ ਤੋਂ ਬਾਅਦ ਦੁਬਾਰਾ 3 ਤਾਲ ਉਸ ਤੋਂ ਬਾਅਦ ਰੂਪਕ
ਫਿਰ 3 ਤਾਲ ਦੁਗਨ ਤੇ ਆਖਿਰ ਵਿੱਚ ਫਿਰ 3 ਤਾਲ। 3 ਤਾਲ ਦੀ ਮਾਤਰਾਵਾਂ 16 ਹੁੰਦੀਆਂ ਹਨ। 4 ਤਾਲ ਦੀ ਮਾਤਰਾਵਾਂ 12 ਹੁੰਦੀਆਂ ਹਨ। 1 ਤਾਲ ਦੀ ਮਾਤਰਾਵਾਂ ਵੀ 12 ਹੁੰਦੀਆਂ ਹਨ। 3 ਤਾਲ ਦੀ ਮਾਤਰਾ ਫਿਰ 16 ਹੁੰਦੀਆਂ ਹਨ। ਰੂਪਕ ਦੀ ਮਾਤਰਾ 7 ਹੁੰਦੀਆਂ ਹਨ। 3 ਤਾਲ ਦੁਗਨ 3 ਤਾਲ ਦੀ ਮਾਤਰਾ 16 ਹੁੰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।